पार्षद का चुनाव भी नहीं लड़ना चाहते थे और अब चंडीगढ़ की मेयर तक बने। वो क्या दिलचस्प वो कहानी है, वो हमें ज़रूर बताएं आप। ਮੇਅਰ ਲਈ ਵੀ ਤੁਹਾਡਾ ਨਾਂ ਚੱਲ ਰਿਹਾ ਤੇ ਮੈਨੂੰ ਸੀਗਾ ਕਿ ਨਹੀਂ, ਮੈਨੂੰ ਇੰਨੀ ਨਹੀਂ ਸਮਝ ਹੈਗੀ ਤੇ ਮੈਨੂੰ ਬਹੁਤ ਸੈਟੀਸਫੈਕਸ਼ਨ ਹੈ ਕਿ ਮੇਰੀ ਜੋ ਸਾਲ ਦੀ ਟਰਮ ਹੈ ਮੈਂ ਉਹਦੇ 'ਚ ਵਧੀਆ ਕਰ ਸਕੀ ਪਬਲਿਕ ਲਈ। ऐसी सिचुएशन में दो जिम्मेदारियां संभालनी, घर में क्योंकि माँ के बगैर बेटी रह नहीं सकती है और ऑफिस में ऑफिस संभालना। ਬੇਟੀ ਮੇਰੀ ਛੋਟੀ ਹੈ, ਸਪੈਸ਼ਲ ਚਾਈਲਡ, ਤਾਂ ਇਸੇ ਕਰਕੇ ਸ਼ਾਇਦ ਮੈਂ ਪੋਲੀਟੀਕਲ 'ਚ ਨਹੀਂ ਸੀ ਆਉਣਾ ਚਾਹੁੰਦੀ ਕਿਉਂਕਿ ਇੱਕ ਮਤਲਬ ਨਾਰਮਲ ਬੱਚਾ ਹੋਵੇ ਤਾਂ ਗੱਲ ਹੋਰ ਹੁੰਦੀ ਹੈ, ਪਰ ਇੱਕ ਸਪੈਸ਼ਲ ਚਾਈਲਡ ਦੀ ਕੇਅਰ ਕੁਝ ਅਲੱਗ ਹੁੰਦੀ ਹੈ, ਉਹ ਵੀ ਕੁਝ ਬੇਟੀ। ਕਈ ਵਾਰ ਮੇਰੇ ਕਾਉਂਸਲਰ ਵੀ ਹੱਸਦੇ ਸੀਗੇ, ਮੈਮ ਆਪ ਤੋਂ ਆਮ ਆਦਮੀ ਪਾਰਟੀ ਦੇ ਕਰਦੇ ਰਹਿੰਦੇ, ਉਹਨਾਂ ਦੇ ਪ੍ਰੋਗਰਾਮ 'ਚ ਨੇ। ਮੈਨੂੰ ਕਿਸੇ ਨੇ ਐਜ਼ ਏ ਵੀ ਬਹੁਤ ਰਿਗਾਰਡ ਪਿਆਰ ਨਾਲ, ਮੈਂ ਨਹੀਂ ਕਹਿੰਦੀ ਨਹੀਂ ਦਮਨ 'ਚ ਹੈਗਾ, ਸਭ ਬਹੁਤ ਮਾਨ ਸਨਮਾਨ ਦਿੰਦੇ ਹੈ। ਦੇਖੋ ਉਹਨਾਂ ਨੂੰ ਇਹੀ ਨਹੀਂ ਪਤਾ ਤੁਸੀਂ ਬੈਠ ਕੇ ਵੋਟਿੰਗ ਕਰ ਸਕਦੇ ਸੀਗੇ, ਤੁਹਾਡੇ ਕੀ ਰਾਈਟਸ ਨੇ। ਪ੍ਰੇਮ ਗਰਗ ਜੀ ਬਾਹਰ ਖੜੇ ਆ, ਉਹਨਾਂ ਨੂੰ ਫੋਨ ਕਰਕੇ ਆ ਜਾਓ ਤੁਸੀਂ ਬਾਹਰ, ਮਤਲਬ ਤੁਸੀਂ ਬਾਰ-ਬਾਰ ਫੋਨ ਕਰਕੇ ਉਹਨਾਂ ਦੀ ਸੁਣੋ, ਤੁਸੀਂ ਆਪਣਾ ਦਿਮਾਗ ਤਾਂ ਯੂਜ਼ ਕਰੋ। आज हमारे साथ हैं स्पेशल गेस्ट चंडीगढ़ नगर निगम की मेयर सरबजीत कौर। इनसे आपको रूबरू करवाते हैं। इनके कार्यकाल की हम बात करें, कार्यकाल लगभग समाप्त होने वाला है। क्या क्या अचीवमेंट्स हुई, क्या कुछ इन्होंने नया किया, चंडीगढ़ में स्वच्छ भारत अभियान की में किस दिशा में हम जा रहे हैं, क्या क्या ऐसे नए प्रोजेक्ट्स आ रहे हैं जिससे चंडीगढ़ में और विकास हो सकता है। चंडीगढ़ नगर निगम की मेयर हमारे साथ है। मैम, सबसे पहले वो पहलू में छेड़ना चाहूँगा कि आप पार्षद का चुनाव भी नहीं लड़ना चाहते थे और आप चंडीगढ़ की मेयर तक बने। वो क्या दिलचस्प वो कहानी है, वो हमें ज़रूर बताएं आप। ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜਿਵੇਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਮੇਰੇ ਹਸਬੈਂਡ ਪਹਿਲੇ ਬੀਜੇਪੀ 'ਚ ਸੀਗੇ ਕਾਫੀ ਦੇਰ ਤੋਂ, ਤੁਸੀਂ ਜਾਣਦੇ, ਪਹਿਲੇ ਕਾਉਂਸਲਰ ਵੀ ਰਹੇ, ਡਿਪਟੀ ਮੇਅਰ ਵੀ ਰਹੇ। ਉਹ ਤੋਂ ਬਾਅਦ ਸਾਡਾ ਵਾਰਡ ਰਿਜ਼ਰਵ ਹੋ ਗਿਆ, ਉੱਥੇ ਲੇਡੀ ਸੀਟ ਆ ਗਈ ਅਤੇ ਪਾਰਟੀ ਦਾ ਵੀ ਪ੍ਰੈਸ਼ਰ ਸੀਗਾ ਕਿ ਨਹੀਂ ਤੁਹਾਡੇ ਹੀ ਫੈਮਿਲੀ 'ਚੋਂ ਕਿਸੇ ਨਾ ਕਿਸੇ ਨੂੰ ਖੜਨਾ ਪਏਗਾ। ਅਤੇ ਮੇਰੇ ਹਸਬੈਂਡ ਕਹਿੰਦੇ ਠੀਕ ਹੈ ਮੇਰੀ ਵਾਈਫ ਇਲੈਕਸ਼ਨ ਲੜੇਗੀ, ਪਰ ਮੈਂ ਤਿਆਰ ਨਹੀਂ ਸੀ ਕਿਉਂਕਿ ਮੈਨੂੰ ਨਾ ਪੋਲੀਟਿਕਸ 'ਚ ਕੋਈ ਰੁਚੀ ਸੀਗੀ ਅਤੇ ਨਾ ਮੈਂ ਕਦੇ ਇੰਨਾ ਬਾਹਰ ਈਵਨ ਬੀਜੇਪੀ ਆਫਿਸ ਤੱਕ ਵੀ ਕਦੇ ਗਈ ਸੀਗੀ। ਅਤੇ ਫਿਰ ਵੀ ਚਲੋ ਇਹਨਾਂ ਦਾ ਸੀਗਾ ਕਿ ਨਹੀਂ ਮੈਂ, ਔਰ ਸਭ ਤੋਂ ਵੱਡੀ ਦੇਖੋ ਗੱਲ ਹੁੰਦੀ ਹੈ ਕਿ ਅਗਰ ਇੱਕ ਔਰਤ ਅੱਗੇ ਵੱਧਦੀ ਹੈ, ਇੱਕ ਵਾਈਫ ਅੱਗੇ ਵੱਧਦੀ ਹੈ, ਉਹਦੇ ਹਸਬੈਂਡ ਦਾ ਸਾਥ ਹੋਵੇ, ਹਸਬੈਂਡ ਅੱਗੇ ਵੱਧਦਾ ਅਤੇ ਵਾਈਫ ਦਾ। ਮੇਰੇ ਹਸਬੈਂਡ ਨੇ ਬਹੁਤ ਮੈਨੂੰ ਮੋਟੀਵੇਟ ਕੀਤਾ, ਸਪੋਰਟ ਕੀਤਾ ਕਿ ਨਹੀਂ ਚਲੋ ਕਾਉਂਸਲਰ ਹੈ ਮੇਨ, ਮੈਂ ਤੇਰੇ ਨਾਲ ਹੈਗਾ, ਮਤਲਬ ਤੂੰ ਇਲੈਕਸ਼ਨ ਲੜੇਂਗੀ। ਚਲੋ ਇਵੇਂ ਹੁੰਦਾ, ਐਂਡ ਤੱਕ ਮੈਂ ਮਤਲਬ ਮੈਨੂੰ ਨਹੀਂ ਸੀਗਾ ਕਿ ਮੈਂ ਇਲੈਕਸ਼ਨ ਲੜਾਂ। ਅਤੇ ਐਜ਼ ਏ ਕਾਉਂਸਲਰ ਚਲੋ ਸਭ ਕੁਛ ਹੋ ਗਿਆ, ਫਾਈਨਲ ਹੋ ਗਿਆ ਕਿ ਹਾਂ ਲੜਾਂਗੀ। ਚਲੋ ਪਰਮਾਤਮਾ ਦੀ ਤੁਹਾਡੇ ਸਾਰਿਆਂ ਦਾ ਪਿਆਰ ਸੀਗਾ, ਕਾਉਂਸਲ ਇਲੈਕਸ਼ਨ ਵੀ ਮੈਂ ਜਿੱਤ ਗਈ ਅਤੇ ਕਾਉਂਸਲਰ ਬਣ ਗਈ। ਉਹ ਤੋਂ ਬਾਅਦ ਮੇਅਰ ਲਈ ਵੀ ਲੇਡੀ ਸੀਟ ਰਿਜ਼ਰਵ ਸੀਗੀ। ਉਹ ਤੋਂ ਬਾਅਦ ਹੋਇਆ ਕਿ ਨਹੀਂ ਮੇਅਰ ਲਈ ਵੀ ਤੁਹਾਡਾ ਨਾਂ ਚੱਲ ਰਿਹਾ ਅਤੇ ਮੈਨੂੰ ਸੀਗਾ ਕਿ ਨਹੀਂ, ਮੈਨੂੰ ਇੰਨੀ ਨਹੀਂ ਸਮਝ ਹੈਗੀ, ਮੈਂ ਨਹੀਂ ਵੀ ਮੇਅਰ ਬਣਨਾ ਚਾਹੁੰਦੀ ਹੈਗੀ। ਪਰ ਇੱਕ ਗੱਲ ਇਹ ਵੀ ਹੈਗੀ ਕਿ ਕੋਈ ਢਿੱਡੋਂ ਸਿੱਖ ਕੇ ਨਹੀਂ ਆਉਂਦਾ। ਸਾਰੀ ਉਮਰ ਮੇਰਾ ਹੁਣ ਤੱਕ ਦਾ ਤਜਰਬਾ ਇਹ ਰਿਹਾ, ਜ਼ਿੰਦਗੀ 'ਚ ਰੋਜ਼ ਨਵੀਂ ਚੀਜ਼ ਸਿੱਖਣ ਨੂੰ ਹੈ। ਅਤੇ ਤੁਸੀਂ ਕਦੇ ਸ਼ੁਰੂ ਤੋਂ ਅਸੀਂ ਜੇ ਲਾਈਏ ਕਿ ਅਸੀਂ ਸਿੱਖ ਕੇ ਆਏ, ਨਹੀਂ, ਤੁਸੀਂ ਜ਼ਿੰਦਗੀ 'ਚੋਂ ਨਿਕਲਦੇ ਹੋ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪਰਮਾਤਮਾ ਨੇ ਚਲੋ ਇਹ ਮੌਕਾ ਮਿਲਿਆ ਅਤੇ ਤੁਸੀਂ ਦੇਖਿਆ ਹੀ ਹੈ ਮੇਅਰ ਦਾ ਇਲੈਕਸ਼ਨ ਹੋਇਆ, ਉਹਦੇ 'ਚ ਵੀ ਜਿੱਤ गया। इस पे ही आऊँगा कि आप काउंसलर बने और काउंसलर बनने के बाद डायरेक्ट ही आपको बोला गया कि आपने मेयर का चुनाव लड़ना है। क्या उम्मीद थी आपको मेयर बनेंगे? और मेयर का जिस दिन इलेक्शन हुआ उस दिन काफ़ी उठा पटक हुई, हम सब ने देखा, एक वोट इनवैलिड होता है और आप मेयर बन जाते हैं। वो आपके लिए क्या था, मतलब आपने उम्मीद की थी कभी कि आप मेयर बनेंगे शहर के? ਨਹੀਂ, ਮੈਂ ਨਹੀਂ ਕਦੇ ਸੀ ਸੋਚਿਆ ਕਿ ਮੈਂ ਮੇਅਰ ਬਣਾਂਗੀ, ਪਰ ਚਲੋ ਸਭ ਦਾ ਵਿਸ਼ਵਾਸ ਸੀਗਾ, ਪਿਆਰ ਸੀਗਾ, ਪਾਰਟੀ ਨੇ ਬਹੁਤ ਸਾਥ ਦਿੱਤਾ ਮਤਲਬ। ਅਤੇ ਮੇਅਰ ਦਾ ਇਲੈਕਸ਼ਨ ਤੁਸੀਂ ਦੇਖਿਆ ਹੀ ਹੈ, ਉਸ ਟਾਈਮ ਤਾਂ ਮੈਨੂੰ ਉੱਥੇ ਬੈਠ ਕੇ ਹੁੰਦਾ ਸੀਗਾ ਮੈਂ ਕਿੱਥੇ ਆ ਕੇ ਫਸ ਗਈ ਕਿ ਹਰ ਵਾਰ ਹਾਊਸ 'ਚ ਇਵੇਂ ਹੁੰਦਾ ਹੈ, ਪਰ ਹੁਣ ਦੀ ਵਾਰ ਵਾਕਈ ਕੁਛ ਸਭੀ ਨਵੇਂ ਸੀਗੇ, ਭਾਵੇਂ ਆਮ ਆਦਮੀ ਪਾਰਟੀ ਲਾ ਲਓ, ਸਾਰੇ ਅਸੀਂ ਨਵੇਂ ਸੀਗੇ। ਚਲੋ ਤੁਸੀਂ ਜ਼ਿਆਦਾ ਨਹੀਂ ਮੈਂ ਬੋਲੂੰਗੀ, ਤੁਸੀਂ ਦੇਖਿਆ ਹੀ ਹੈ ਜੋ ਕੁਛ ਹੋਇਆ। ਪਰ ਹੁਣ ਬਾਅਦ 'ਚ ਕੋਰਟ ਨੇ ਵੀ ਦੇਖੋ ਜਜਮੈਂਟ ਕਰ ਦਿੱਤੀ ਹੈ ਕਿ ਨਹੀਂ, ਉਹ ਬਿਲਕੁਲ ਠੀਕ ਸੀਗਾ ਜੋ ਇਲੈਕਸ਼ਨ ਸੀਗਾ, ਵੋਟਿੰਗ ਜੋ ਹੋਈ ਸੀਗੀ, ਜੋ ਹੋਇਆ ਸੀਗਾ, ਸਭ ਸਿਸਟਮੈਟਿਕਲੀ ਬਿਲਕੁਲ ਠੀਕ ਸੀਗਾ। ਇਹ ਜਿਹੜੇ ਆਰੋਪ ਸੀਗੇ ਉਹ ਗਲਤ ਸਾਰੇ ਸਾबित हो चुके हैं। मैम, एक हाउसवाइफ जब एक गृहिणी घर से निकलती हैं और मेयर तक पहुंचती है तो काफ़ी कुछ नया होता है, काफ़ी कुछ नया लगा होगा। आप ऑफिस आए, आपने बोला इससे पहले आप पॉलिटिक्स में भी एक्टिव नहीं थे, आप कभी बीजेपी ऑफिस भी नहीं गए, तो वो सफ़र कैसे तय किया, कैसे मिलना शुरू किया, लोगों के बीच कैसे जाना शुरू किया, और जैसे जैसे लोग मिलते गए वो काफ़िला कैसे बनता गया? आप तो अब बहुत फैमिलियर हो गए। ਜਿਵੇਂ ਮੈਂ ਕਿਹਾ ਕਿ ਸਿੱਖਣਾ ਹੀ ਜ਼ਿੰਦਗੀ ਹੈ, ਠੀਕ ਹੈ। ਤੁਸੀਂ ਆਏ ਅਤੇ ਜਦ ਮੈਂ ਫਸਟ ਟਾਈਮ ਜਦ ਅਸੀਂ ਗਵਰਨਰ ਸਰ ਨੂੰ ਮਿਲਣ ਗਏ ਸੀਗੇ ਨਾ, ਗਵਰਨਰ ਸਰ ਨੇ ਮੈਨੂੰ ਇੱਕ ਗੱਲ ਕਹੀ ਸੀਗੀ ਕਿ ਕਾਰਪੋਰੇਸ਼ਨ 'ਚ ਇੱਕ ਮੇਅਰ ਅਤੇ ਕਮਿਸ਼ਨਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ।
ਕਿਉਂਕਿ ਦੇਖੋ ਮੇਅਰ ਹੈ ਜੋ ਪਬਲਿਕਲੀ ਜੋ ਲੋਕਾਂ ਦੀ ਮੰਗ ਹੈ ਡਿਮਾਂਡ ਹੈ ਉਹ ਲੈ ਕੇ ਆਉਂਦੀ ਹੈ। ਕਮਿਸ਼ਨਰ ਜੋ ਹੈ ਉਹ ਮਤਲਬ ਜੋ ਟੈਂਡਰ ਲਗਾਉਣਾ ਉਹ ਕਰਨਾ ਟੈਕਨੀਕਲੀ ਉਹ ਚੀਜ਼ਾਂ ਕਰਦੇ ਨੇ। ਅਸੀਂ ਇਸ ਲੋਕਾਂ ਦੀ ਡਿਮਾਂਡ ਜੋ ਮੁਸ਼ਕਿਲਾਂ ਨੇ ਉਹ ਲੈ ਕੇ ਆਉਂਦੇ ਨੇ ਅਤੇ ਉਹ ਤੁਹਾਡਾ ਮਤਲਬ ਵਧੀਆ ਟਾਈ ਅਪ ਹੋਣਾ ਚਾਹੀਦਾ। ਅਤੇ ਐਜ਼ ਏ ਮੈਂ ਆਪਣੇ ਆਪ ਨੂੰ ਲੱਕੀ ਸਮਝਦੀ ਹਾਂ ਕਿ ਜੋ ਕਮਿਸ਼ਨਰ ਨੇ ਆਨੰਦਿਤਾ ਮਿੱਤਰਾ ਉਹ ਵੀ ਮੈਨੂੰ ਇੱਕ ਲੇਡੀਜ਼ ਮਿਲੀ। ਥੋੜ੍ਹਾ ਕੰਫਰਟੇਬਲੀ ਹੋ ਜਾਂਦਾ ਹੈ ਕਿ ਇੱਕ ਲੇਡੀਜ਼ ਨਾਲ ਤੁਸੀਂ ਗੱਲ ਨਾ ਫਸਟ ਟਾਈਮ ਤੁਸੀਂ ਜਾਂਦੇ ਹੋ। ਅਤੇ ਜਿਵੇਂ ਭਾਜੀ ਮੈਂ ਕਿਹਾ ਕਿ ਸਭ ਨੇ ਮੇਰਾ ਬਹੁਤ ਸਾਥ ਦਿੱਤਾ, ਭਾਵੇਂ ਉਹ ਗਵਰਨਰ ਸਰ ਨੇ, ਚਾਹੇ ਕਮਿਸ਼ਨਰ ਮੈਡਮ ਨੇ, ਚਾਹੇ ਸਾਰੇ ਕਾਉਂਸਲਰ ਸਾਹਿਬਾਨ ਨੇ। ਮੈਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੀ ਹਾਂ ਕਿ ਸਭ ਨੇ ਮੈਨੂੰ ਬਹੁਤ ਸਪੋਰਟ ਕੀਤਾ। ਭਾਵੇਂ ਇੱਥੇ ਦੇ ਕਾਰਪੋਰੇਸ਼ਨ ਦੇ ਜੋ ਆਫਿਸਰ ਨੇ, ਅਗਰ ਦੇਖੋ ਤੁਹਾਡੀ ਕਰਨ ਦੀ ਨੀਤ ਚੰਗੀ ਹੈ ਨਾ, ਤੁਸੀਂ ਕਦੇ ਕਿਸੇ ਦਾ ਮਾੜਾ ਨਹੀਂ ਸੋਚਿਆ ਤਾਂ ਆਟੋਮੈਟਿਕਲੀ ਤੁਹਾਡਾ ਸਭ ਵਧੀਆ ਹੁੰਦਾ ਜਾਂਦਾ ਹੈ। ਅਤੇ ਮੈਨੂੰ ਬਹੁਤ ਸੈਟਿਸਫੈਕਸ਼ਨ ਹੈ ਕਿ ਮੇਰੀ ਜੋ ਸਾਲ ਦੀ ਟਰਮ ਹੈ ਮੈਂ ਉਹਦੇ 'ਚ ਵਧੀਆ ਕਰ ਸਕੀ ਪਬਲਿਕ ਲਈ। मैम एक चीज़ और भी है, एक तो आपकी फैमिली में कौन कौन है? हमने सुना है कि आपका एक बेटा और एक बेटी है और बेटी बीमार रहती हैं। ऐसी सिचुएशन में दो जिम्मेदारियां संभालनी घर में, क्योंकि माँ के बगैर बेटी रह नहीं सकती है, और ऑफिस में ऑफिस संभालना, और ऊपर से कई बार ऐसा भी लगता था आपको कि कहाँ आ गई, कि इतना शोर हो रहा है, कौन क्यों लड़ रहे हैं राजनीतिक विचारधारा के बीच? ਬਿਲਕੁਲ, ਮੇਰੇ 2 ਬੱਚੇ ਨੇ। ਬੇਟਾ ਮੇਰਾ ਬੜਾ ਹੈ ਇੰਦਰਪ੍ਰੀਤ ਸਿੰਘ ਢਿੱਲੋਂ, ਅਤੇ ਉਹ ਮੈਲਬਰਨ ਆਸਟ੍ਰੇਲੀਆ ਆਰਕੀਟੈਕਚਰ ਕਰ ਰਿਹਾ, ਯੂਨੀਵਰਸਿਟੀ 'ਚ ਪੜ੍ਹ ਰਿਹਾ। ਬੇਟੀ ਮੇਰੀ ਛੋਟੀ ਹੈ, ਸਪੈਸ਼ਲ ਚਾਈਲਡ। ਤਾਂ ਇਸੇ ਕਰਕੇ ਸ਼ਾਇਦ ਮੈਂ ਪੋਲੀਟੀਕਲ 'ਚ ਨਹੀਂ ਸੀ ਆਉਣਾ ਚਾਹੁੰਦੀ, ਕਿਉਂਕਿ ਇੱਕ ਮਤਲਬ ਨੋਰਮਲ ਬੱਚਾ ਹੋਵੇ ਤਾਂ ਗੱਲ ਹੋਰ ਹੁੰਦੀ ਹੈ, ਪਰ ਇੱਕ ਸਪੈਸ਼ਲ ਚਾਈਲਡ ਦੀ ਕੇਅਰ ਕੁਛ ਅਲੱਗ ਹੁੰਦੀ, ਉਹ ਵੀ ਕੁਛ ਬੇਟੀ। ਹਾਂ, ਉਹਦੀ ਫਿਕਰ ਬਹੁਤ ਰਹਿੰਦੀ ਸੀਗੀ, ਪਰ ਮੇਰੀ ਪਿੱਛੇ ਮਦਰ ਇਨ ਲੋ ਨੇ ਮੇਰਾ ਬਹੁਤ ਸਾਥ ਦਿੱਤਾ। ਉਹਨਾਂ ਨੇ ਮੇਰੀ ਬੇਟੀ ਨੂੰ ਮਤਲਬ ਬਹੁਤ ਵਧੀਆ ਸਾਂਭਿਆ। ਉਹਨੂੰ ਮਤਲਬ ਮੈਨੂੰ ਹੁੰਦਾ ਸੀਗਾ ਕਿ ਕਹਿੰਦਾ ਗੁੰਗੇ ਦੀ ਭਾਸ਼ਾ ਉਹਦੀ ਮਾਂ ਹੀ ਸਮਝਦੀ ਹੈ ਕਿ ਮੇਰੇ ਬਗੈਰ ਉਹਦਾ ਮੁਸ਼ਕਿਲ ਹੋ ਜਾਏਗਾ, ਪਰ ਮੇਰੀ ਮਦਰ ਉਹਨਾਂ ਹਮੇਸ਼ਾ ਕਹਿੰਦੀ ਸੀ ਕਿ ਜਦ ਮੈਂ ਆਪਣੇ ਬੱਚੇ ਪਾਲੇ ਆ ਮੈਂ ਇਹ ਨਹੀਂ ਪਾਲ ਸਕਦੀ ਹੈਗੀ। ਉਹਨਾਂ ਨੇ ਮਤਲਬ ਪੂਰੀ ਫੈਮਿਲੀ ਦਾ ਮੈਨੂੰ ਬਹੁਤ ਸਾਥ ਸਪੋर्ट मिला, तो सब मैनेज होता गया। मैम अब बात करें आपके राजनीतिक सफ़र की। मेयर के कार्यकाल रहते हुए हर मेयर सोचता है कि मैंने ये कुछ करना है, अचीव ये कुछ करना है। काम चंडीगढ़ का मेयर का पद 1 साल का ही रहता है। क्या कुछ आपने सोचा था? क्या उसके करीब हम पहुँचे हैं? कुछ प्रोजेक्ट्स को आप बताना चाहें? बिल्कुल, मैं जिमें मैं थोनों कहा कि मेयर नहीं सी बनना चाहती, पर जदों मेयर बन गई तो मैं जिमें कमिश्नर मैडम भी मेरे मैम हुण तो तुसी मेयर बन गए, हुण तुसी एक मतलब अपना टाई कर लो कि मैं ये चीज़ करना चाहनी हाँ। मतलब एक अपना मोटिव बना लो, तुसी विजन ले लो। तो जो मैनू लगता सीगा साडे इत्थे डंपिंग का जो तीगा बहुत चिर दा सीगा जो डंपिंग ग्राउंड, जिदे करके शायद साड़ी रैंकिंग भी हर साड़ी चंडीगढ़ शहर बहुत सोहना है, पर इस डंप करके असी किते ना किते रैंकिंग च बहुत पीछे जा रहे सीगे। तो मैं बहुत अपने आप को लक्की समझती हाँ कि जब गवर्नर सर नूं असीं मिलन गए, मैं फस्ट उन्होंने वही गल कही कि सर चलो मैं मेयर तो बनी है, पर तुसी मेरा साथ दोगे कि वो डंप का असी एक बार मैं थोनों दिखाना चाहनी, विजिट करवाना चाहनी है कि मैं अपनी टर्म च उन्होंने असी ख़त्म कर सकीए। तो मैं गवर्नर सर का बहुत दिलों धन्यवाद करती हाँ कि एक पिता के रूप में हमेशा उन्होंने मेरा साथ दिता। उन्होंने जदे मैंने सानू टाइम देता कि 2 दिन बाद असी उत्थे डंप च विजिट करांगे जाके, वो साडे नाल आए भी, उन्होंने विजिट भी की। तो मैनू सब तो बड़ी भाजी इस चीज़ की अचीवमेंट है कि जो असी कूड़ा जा साडा जो सैग्रीगेशन करके साडा डंप ते जांदा सीगा, डंप बन रहा सीगा, असी उन्हों प्रोसैस करने च कामयाब हो चुके हैं। CND वेस्ट ला लो, उदा भी साडा प्लांट लग चुका है CND वेस्ट का। फ्लावर्स का असी लगा लो कि असी उन्हों मतलब जो फ्लावर सीगे वो डंप ते नहीं जाणगे, जो प्रभु दे चरनां च मंदिर च चढ़ते सीगे, उन्होंने भी असी बना मतलब कि धूप बत्ती बना के कि द्वारा परमात्मा के चरणों च, और फिर उस तो बाद वो खाद बनेगी। तो उस तो बाद सीगा JP का जो मेन काफ़ी चिर तो बंद सीगा ड्राई का सारा वो डंप ते जा रहा सीगा, वो हुण इनोग्रेशन हो चुकी है, वो प्रोसैस होना स्टार्ट हो गया। तो जो साडा सीगा सैनिटरी मतलब वो सीगे डाइपर सीगे, वो असी बायोमैडिकली वो भी टाई अप कर रहा, वो भी प्रोसैस हो रहा है साडा। तो 1000 डस्ट भी तो मतलब जो कूड़ा अलग अलग असी ले रहे सीगे वो साडा प्रोसैस होना स्टार्ट हो गया। एक हॉर्टीकल्चर का है वो 10 तरीक नूं हो रहा है, उसका इनोग्रेशन वो 10 तरीक नूं हो जाएगा। मतलब ये सीगा जो असी जिहदे करके डंप दोबारा ना बने, उवें साडा अलग अलग जो असी कूड़ा ले रहे हैं वो असी प्रोसैस कर सके। तो एक सब तो वड्डी गल सीगी जो साडी रैंकिंग सीगी वो 66 ते गई हुई सीगी, वो 12वें नंबर ते आई। तो मैं वो नहीं कहती कि मेयर बन के मैं कली नहीं की, नहीं, मैं कहनी हाँ मेरे सारे काउंसलर साहिबान ने मेरा बहुत साथ दिता, भावें किसी की पार्टी। मैं हमेशा मेयर नूं अपने उत्ते हावी नहीं होने दिता। अक्सर मैं मेयर की टर्म 1 साल की है, उहदे च तुसी एक पर्टिकुलर पार्टी के मेयर नहीं हो,
ਮੈਂ ਕਦੇ ਆਪਣੇ ਆਪ ਨੂੰ, ਤੁਸੀਂ ਦੇਖਿਆ ਵੀ ਹੋਏਗਾ ਜਿੰਨੇ ਵੀ ਅਸੀਂ ਪਾਸ ਕੀਤੇ ਹੈ ਆਮ ਆਦਮੀ ਪਾਰਟੀ ਦੇ, ਦੇਖੋ ਕਿੰਨੇ ਪਾਸ, ਹੁਣ ਤੁਸੀਂ ਦੇਖਦੇ ਹੋ ਰੋਜ਼ ਉਹ ਉਦਘਾਟਨ ਕਰ ਰਹੇ ਹੈ, ਅਗਰ ਉਹਨਾਂ ਦੇ ਪਾਸ ਹੋਏ ਤਾਂ ਹੀ ਕੰਮ ਹੋ ਰਹੇ ਨਾ। ਮੈਂ ਕਦੇ ਇਹ ਚੀਜ਼ ਨਹੀਂ ਕੀਤੀ ਹੈਗੀ। ਮੈਂ ਆਪਣੇ ਪਾਰਟੀ ਦਾ ਵੀ, ਅਰਨ ਸੂਦ ਜੀ, ਸੱਜਣ ਟੰਡਨ ਜੀ ਨੇ, ਕਿਰਨ ਖੇਰ ਜੀ ਨੇ, ਸਤਪਾਲ ਜੀ, ਜਿੰਨੀ ਵਾਰ ਵੀ ਮਿਲੇ ਆ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਕਿ ਨਹੀਂ ਤੁਸੀਂ ਇੱਕ ਪਾਰਟੀ ਦੇ ਮੇਅਰ ਨਹੀਂ ਹੋ, ਤੁਸੀਂ ਪੂਰੇ ਸ਼ਹਿਰ ਦੇ ਮੇਅਰ ਹੋ, ਪੂਰੇ ਸਾਰਿਆਂ ਦੇ। ਅਤੇ ਮੈਂ ਵੀ ਆਪਣੇ ਆਪ ਤੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ, ਮੈਂ ਜੋ ਹਾਊਸ 'ਚ ਤੁਸੀਂ ਦੇਖਿਆ ਅੰਜੂ ਕਤਿਆਲ ਜੀ ਦੇ ਵਾਰਡ 'ਚ ਸਕ੍ਰੈਪ ਦਾ ਪਾਰਕ 2 ਕਰੋੜ ਦਾ ਸੀਗਾ, ਉਹਨਾਂ ਦੇ ਵਾਰਡ 'ਚ ਮਤਲਬ ਹੋਇਆ, ਪਾਸ ਹੋਇਆ। ਅਤੇ ਇੱਕ ਸੈਂਸਰੀ ਪਾਰਕ ਸੀਗਾ ਉਹ ਦਮਨ ਜੀ ਦੇ। ਅਤੇ ਮੈਂ ਇਹ ਚੀਜ਼ ਨਹੀਂ ਦੇਖੀ ਹੈਗੀ ਕਿ ਕਿਹਦਾ ਵਾਰਡ है किहदा नहीं है। मैम आपने सबके नाम बताए कि आम आदमी पार्टी के इन काउंसलरों के काम हुए हैं, आप सबके मेयर बन के रहे हो, लेकिन सबसे ज़्यादा विरोध उन्होंने किया है। आपके टर्म की हम बात करें तो सबसे पहला दिन आप जिस दिन मेयर बने थे और आखिरी दिन जिस हद तक बवाल हुआ है कि मार्शल भी बुलाने पड़े और आपने काउंसलरों को बाहर सस्पेंड तक किया, ये नौबत क्यों आई? वो तो आपको इसके लिए क्लेम करते हैं कि आपने पहले कुछ कहा था और आप कुछ और कर रही हैं। आप ਨਹੀਂ ਦੇਖੋ, ਇਵੇਂ ਦੀ ਗੱਲ ਸੀ ਜਿਸ ਦਿਨ ਲਾਸਟ ਹਾਊਸ ਸੀਗਾ ਉਹ ਬਾਰ-ਬਾਰ ਅੜੇ ਸੀਗੇ ਜੋ ਕੀ ਹੈ ਪੇਡ ਪਾਰਕਿੰਗ ਦਾ, ਕਿ ਘਰੋਂ ਤੋਂ ਬਾਹਰ। ਉਹ ਮੈਂ ਆਲਰੇਡੀ ਉਹਨਾਂ ਨੂੰ ਕਹਿਤਾ ਸੀਗਾ, ਅਸੀਂ ਏਜੰਡਾ ਰਿਫਿਊਜ਼ਡ ਕਰ ਦਿੱਤਾ ਸੀ, ਮੈਂ ਹਾਊਸ 'ਚ ਨਹੀਂ ਸੀ ਲੈ ਕੇ ਆਈ। ਦੂਜਾ ਸੀਗਾ ਈ ਸੰਪਰਕ ਸੈਂਟਰ 'ਤੇ, ਉਹ ਕਾਰਪੋਰੇਸ਼ਨ ਦਾ ਮੁੱਦਾ ਹੀ ਨਹੀਂ ਸੀਗਾ, ਉਹਦੇ 'ਚ ਵੀ ਅਸੀਂ ਕਹਿੰਦੇ ਹਾਂ ਕਿ ਲੋਕਾਂ 'ਤੇ ਗਲਤ ਹੈ ਇਹ ਜੋ ਬੋਝ ਪੈ ਰਿਹਾ, ਅਸੀਂ ਤੁਹਾਡੇ ਨਾਲ ਹਾਂ। ਅਤੇ ਦਮਨ ਜੀ ਬਾਰ-ਬਾਰ ਮਤਲਬ ਇੱਕੋ ਗੱਲ ਕਹੇਗੀ, ਤੁਸੀਂ ਪਾਣੀ ਦਾ ਇਹ ਕਿਹਾ ਸੀਗਾ, ਪਾਣੀ ਦਾ ਇਹ ਕਿਹਾ ਸੀਗਾ। ਦੇਖੋ ਹੁਣ 24/7 ਦਾ ਐਡਾ ਬੜਾ ਪ੍ਰੋਜੈਕਟ ਹੈ ਚੰਡੀਗੜ੍ਹ 'ਚ ਸਾਡੇ, ਅਸੀਂ ਲੋਕਾਂ ਨੂੰ ਫ੍ਰੀ ਕਿਉਂ, ਮਤਲਬ ਉਹਨਾਂ ਨੂੰ ਅਸੀਂ ਪੇ ਕਰਕੇ ਸਹੂਲੀਅਤ ਦਈਏ। ਅਸੀਂ ਇੱਕ ਫ੍ਰੀ ਦਾ ਮਤਲਬ ਇੱਕੋ ਗੱਲ ਕਰਨੀ, ਤੁਸੀਂ ਆਪ ਕਹਿੰਦੇ ਹੋ ਸਾਡੀ ਸਰਕਾਰ ਹੁੰਦੀ ਜੀ ਅਸੀਂ ਇਹ ਕਰਦੇ, ਦਿੱਲੀ 'ਚ ਤਾਂ ਤੁਹਾਡੀ ਸਰਕਾਰ ਹੈ। ਮਤਲਬ ਜੋ ਚੀਜ਼ ਉਹਨਾਂ ਦਾ ਉਸ ਦਿਨ ਇਹ ਮੋਟਿਵ ਸੀਗਾ ਕਿ ਅਸੀਂ ਹਾਊਸ ਹੀ ਨਹੀਂ ਚੱਲਣ ਦੇਣਾ। ਮੈਂ ਵਿੱਚ ਮਤਲਬ ਟੀ ਬ੍ਰੇਕ ਵੀ ਦਿੱਤੀ, ਮੈਂ ਬਾਰ-ਬਾਰ ਉਹਨਾਂ ਨੂੰ ਕਹਿੰਦੀ ਰਹੀ ਭਾਜੀ ਮੈਨੂੰ ਦੇਖੋ ਇੰਨਾ ਮਜਬੂਰ ਨਾ ਕਰੋ ਕਿ ਮੈਂ ਪੂਰੇ ਸਾਲ ਮੈਂ ਤੁਹਾਡਾ, ਤੁਸੀਂ ਇਹ ਤਾਂ ਦੱਸੋ ਇੱਕ ਵਾਰ ਕਿ ਮੈਂ ਤੁਹਾਡਾ ਕਿੱਥੇ ਸਾਥ ਨਹੀਂ ਦਿੱਤਾ ਹੈਗਾ। ਭਾਵੇਂ ਦੇਖੋ ਮੇਅਰ ਫੰਡ ਲਈ ਵੀ ਮੇਰੇ ਕੋਲ ਜੋ ਵੀ ਆਇਆ, ਆਮ ਆਦਮੀ ਪਾਰਟੀ ਦਾ ਵੀ ਆਇਆ, ਕਾਂਗਰਸ ਦੇ ਵੀ ਆਇਆ, ਮੈਂ ਦਿੱਤਾ, ਤੁਸੀਂ ਪਤਾ ਕਰ ਸਕਦੇ। ਪਰ ਮੈਂ ਇਹ ਕਦੇ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਸਾਨ ਕੀਤਾ, ਲੋਕਾਂ ਦਾ ਹੀ ਪੈਸਾ ਸੀਗਾ, ਉਹਨਾਂ ਨੇ ਵੀ ਆਪਣੇ ਘਰ ਲਈ ਨਹੀਂ ਸੀ ਲਿਆ ਹੈਗਾ, ਲੋਕਾਂ ਦੀ ਡਿਵੈਲਪਮੈਂਟ ਵਾਸਤੇ ਹੀ ਲਿੱਤਾ। ਪਰ ਜਦ ਮੈਂ ਮਤਲਬ ਇੱਕ ਮਤਲਬ ਪਾਰਟੀ ਦਾ ਹੋ ਕੇ ਕਦੇ ਉੱਪਰ ਉੱਠ ਕੇ ਉਹਨਾਂ ਨਾਲ ਹਮੇਸ਼ਾ ਸਾਥ ਦਿੱਤਾ ਹੈ। ਕਈ ਵਾਰ ਮੇਰੇ ਕਾਉਂਸਲਰ ਵੀ ਹੱਸਦੇ ਸੀਗੇ, ਮੈਮ ਆਪ ਤੋਂ ਆਮ ਆਦਮੀ ਪਾਰਟੀ ਦੇ ਕਰਦੇ ਰਹਿੰਦੇ, ਉਹਨਾਂ ਦੇ ਪ੍ਰੋਗਰਾਮ 'ਚ ਨੇ ਮੈਨੂੰ ਕਿਸੇ ਨੇ ਐਜ਼ ਏ ਵੀ ਬਹੁਤ ਰਿਗਾਰਡ ਪਿਆਰ ਨਾਲ, ਮੈਂ ਨਹੀਂ ਕਹਿੰਦੀ ਨਹੀਂ ਦਮਨ 'ਚ ਹੈਗਾ, ਸਭ ਬਹੁਤ ਮਾਨ ਸਨਮਾਨ ਦਿੰਦੇ ਹੈ, ਸਭ ਬਹੁਤ ਰਿਸਪੈਕਟ ਕਰਦੇ ਆ। ਉਹਨਾਂ ਨੇ ਜਿੰਨੀ ਵਾਰ ਵੀ ਮੈਨੂੰ ਬੁਲਾਇਆ ਮੈਂ ਉਹਨਾਂ ਕੋਲ ਗਈ ਹਾਂ। ਅਤੇ ਪਰ ਉਸ ਦਿਨ ਸਿਰਫ ਮੈਨੂੰ ਲੱਗਦਾ ਇੱਕ ਮੇਅਰ ਦਾ, ਨੈਕਸਟ ਮੇਅਰ ਦਾ ਇਲੈਕਸ਼ਨ ਆਉਣ ਵਾਲਾ ਹੈ, ਜੋ ਮੇਅਰ ਦੇ ਕੈਂਡੀਡੇਟ ਹੈ ਉਹ ਬਸ ਆਪਣੀ ਹਾਈਕਮਾਨ ਨੂੰ ਦਿਖਾਣਾ ਚਾਹੁੰਦੇ ਸੀਗੇ ਕਿ ਅਸੀਂ ਮੇਅਰ ਦੇ ਕੈਂਡੀਡੇਟ हैं, देखो ਅਸੀਂ हाउस नहीं चलन दे रहे। मैम ये तो आप बता रहे लास्ट मीटिंग की बात, इससे पहले सभी काउंसलर आपसे मिल बांट के रहते थे, लगातार मीटिंग में आते थे, आपसे बहुत मेल जोल रहता था कि ਨਹੀਂ ਮੈਂ ਉਹ ਅੱਜ ਮੈਨੂੰ ਜੋ ਮਰਜ਼ੀ ਕਹਿਣ, ਪਰ ਮੈਂ ਇਹੀ ਕਹਿੰਦੀ ਹਾਂ ਕਿ ਮੈਨੂੰ ਸਭ ਦਾ ਸਾਥ ਮਿਲਿਆ ਔਰ ਮੈਂ ਨਾ ਕਦੇ ਪਾਰਟੀਬਾਜ਼ੀ ਕੀਤੀ ਹੈ, ਹਮੇਸ਼ਾ ਆਪਣੀ ਪਾਰਟੀ ਤੋਂ ਉੱਠ ਕੇ ਮੈਂ ਉਹਨਾਂ ਨਾਲ ਇੱਕ ਦਿਨ ਪਹਿਲਾਂ ਵੀ ਦੇਖੋ ਤੁਸੀਂ ਜਸਵੀਰ ਬੰਟੀ ਦੇ ਫੰਕਸ਼ਨ ਸੀਗਾ, ਟੈਂਟ ਯੂਨੀਅਨ ਦਾ ਸੀਗਾ, ਉਹਨਾਂ ਨੇ ਐਜ਼ ਏ ਚੀਫ ਗੈਸਟ ਮਤਲਬ ਬੁਲਾਇਆ, ਸਭ ਕਾਉਂਸਲਰ ਨੂੰ ਵੀ ਬੁਲਾਇਆ ਸੀਗਾ, ਕੋਈ ਨਹੀਂ ਸੀ ਗਿਆ ਪਰ ਮੈਂ ਗਈ। ਮੈਨੂੰ ਮਤਲਬ ਪਹਿਲਾਂ ਮਤਲਬ ਪਤਾ ਲੱਗੀ ਜਾਂਦਾ ਕਿ ਹਾਊਸ 'ਚ ਇਹਨਾਂ ਨੇ ਹੁਣ ਦੀ ਵਾਰ ਤੁਹਾਡੀ ਮਤਲਬ ਪੂਰੇ ਸਾਲ ਦੀ ਤੁਹਾਡੀ ਫੇਅਰਵੈਲ ਤੁਹਾਨੂੰ ਦੇ ਦੇਣੀ, ਇਹਨਾਂ ਨੇ ਹਾਊਸ ਨਹੀਂ ਚੱਲਣ ਦੇਣਾ। ਮਤਲਬ ਮੈਂ ਹਾਂ, ਅਤੇ ਤੁਸੀਂ ਇਹ ਦੇਖੋ ਉਸ ਟਾਈਮ ਹੀ ਪਤਾ ਲੱਗ ਗਿਆ ਸੀ ਵੀ ਇਹਨਾਂ ਨੇ ਹਾਊਸ ਨਹੀਂ ਚੱਲਣ ਦੇਣਾ। ਬਿਲਕੁਲ ਮੈਨੂੰ ਪਤਾ ਸੀਗਾ ਕਿ ਦੇਖੋ ਪਤਾ ਲੱਗੀ ਜਾਂਦਾ ਕਿ ਇਹਨਾਂ ਨੇ ਹਾਊਸ ਨਹੀਂ ਚੱਲਣ ਦੇਣਾ ਹੈਗਾ, ਦੋਨਾਂ ਨੇ ਮਿਲ ਕੇ ਕਿ ਤੁਹਾਨੂੰ ਮਤਲਬ ਫੇਲੀਅਰ ਸਾਬਿਤ ਕਰਨਗੇ। ਪਰ ਮੈਂ ਦੇਖੋ ਉਹਨਾਂ ਦਾ ਆਪਣਾ ਸੁਭਾਅ ਹੈ, ਮੇਰਾ ਆਪਣਾ ਸੁਭਾਅ ਹੈ। ਮੈਂ ਜਦ ਪੂਰੇ ਸਾਲ ਨਹੀਂ ਮਤਲਬ ਉਹ ਕੀਤਾ ਹੈ, ਉਸ ਦਿਨ ਮੈਨੂੰ ਵੀ ਬੜਾ ਦੁੱਖ ਲੱਗਿਆ ਕਿ ਬਾਅਦ 'ਚ ਕਿ ਮੈਂ ਉਹਨਾਂ ਨੂੰ ਬਾਰ-ਬਾਰ ਕਹਿੰਦੀ ਰਹੀ ਕਿ ਮੈਨੂੰ ਤੁਸੀਂ ਮਜਬੂਰ ਨਾ ਕਰੋ ਕਿ ਸਿਰਫ ਮਤਲਬ ਇੰਨਾ ਵੀ ਇਹਨਾਂ ਨੂੰ ਕਹਿ ਚੁੱਕਿਆ। ਮੇਰੇ ਕੋਲ ਕਨਵਰ ਜੀ ਵੀ ਖੜੇ ਸੀ, ਬਾਰ-ਬਾਰ ਇਹੀ ਗੱਲ ਕਹਿ ਰਹੀ ਸੀ ਕਿ ਤੁਸੀਂ ਬੈਠੋ, ਡਿਸਕਸ਼ਨ ਕਰੋ, ਅਗਰ ਤੁਹਾਨੂੰ ਨਹੀਂ ਫਿਰ ਵੀ ਠੀਕ ਲੱਗੇਗਾ ਫਿਰ ਤੁਸੀਂ ਜੋ ਮਰਜ਼ੀ ਕਰਨਾ, ਇੱਕ ਵਾਰ ਤੁਸੀਂ ਬੈਠ ਕੇ ਡਿਸਕਸ਼ਨ ਤਾਂ ਕਰੋ ਨਾ। ਦੇਖੋ ਉਹਨਾਂ ਨੂੰ ਇਹੀ ਨਹੀਂ ਪਤਾ ਤੁਸੀਂ ਬੈਠ ਕੇ ਵੋਟਿੰਗ ਕਰ ਸਕਦੇ ਸੀਗੇ, ਤੁਹਾਡੇ ਕੀ ਰਾਈਟਸ ਨੇ। ਪ੍ਰੇਮ ਗਰਗ ਜੀ ਬਾਹਰ ਖੜੇ ਆ, ਉਹਨਾਂ ਨੂੰ ਫੋਨ ਕਰਕੇ ਆ ਜਾਓ ਤੁਸੀਂ ਬਾਹਰ, ਮਤਲਬ ਤੁਸੀਂ ਬਾਰ-ਬਾਰ ਫੋਨ ਕਰਕੇ ਉਹਨਾਂ ਦੀ ਸੁਣੋ, ਤੁਸੀਂ ਆਪਣਾ ਦਿਮਾਗ ਤਾਂ ਯੂਜ਼ ਕਰੋ। ਤੁਸੀਂ ਉੱਥੇ ਬੈਠ ਕੇ ਹਰ ਇੱਕ ਗੱਲ 'ਤੇ ਹਰ ਚੀਜ਼ ਦਾ ਦੇਖੋ ਭਾਜੀ, ਇੱਕ ਦੂਜੇ ਦੀ ਟੰਗਾ ਘੜੀਸਾਂਗੇ, ਅਸੀਂ ਕਿਤੇ ਹੱਲ 'ਤੇ ਨਹੀਂ ਨਿਕਲ ਸਕਦੇ। ਤੁਸੀਂ ਬੈਠ ਕੇ ਹਰ ਗੱਲ 'ਤੇ ਡਿਸਕਸ਼ਨ ਕਰ ਸਕਦੇ ਸੀਗੇ ਨਾ। ਮਤਲਬ ਗੱਲ ਉਹ ਸੀਗੀ ਕਿ ਹਾਊਸ ਨਹੀਂ ਚੱਲਣ ਦੇਣਾ। ਐਟ ਲੀਸਟ ਮੈਨੂੰ ਇਹ ਚੀਜ਼ ਕਰਨੀ ਪਈ ਹੈ, ਪਰ ਦੇਖੋ ਮੈਂ ਕਦੇ ਨਹੀਂ ਕਿਹਾ ਹੈਗਾ
ਜਦੋਂ ਕਮਿਸ਼ਨਰ ਮੈਡਮ ਨੇ ਉਹ ਚਲਾਈ ਕਿ ਪੂਰੇ ਉਹਦੀ ਅਚੀਵਮੈਂਟ ਕੀ ਸੀਗੀ। ਤੇ ਮੈਂ ਇਹ ਨਹੀਂ ਕਹਿੰਦੀ ਕਿ ਕਮ ਸੇ ਕਮ ਇੱਕ ਵਾਰ ਤਾਂ ਐਪਰੀਸ਼ੀਏਟ ਕਰ ਸਕਦੇ ਸੀਗੇ ਨਾ ਕਿ ਹਾਂ ਤੁਸੀਂ ਪੂਰੇ ਸਾਲ ਆਪਣੀ ਪਾਰਟੀ ਤੋਂ ਉੱਠ ਕੇ ਸਾਡੇ ਨਾਲ ਮੈਡਮ ਖੜੇ ਹੋ। ਜਦਕਿ ਤੁਸੀਂ ਪਹਿਲਾਂ ਵੀ ਇੰਟਰਵਿਊ ਲਿੱਤੇ, ਮੈਂ ਕਦੇ ਉਹਦੇ 'ਚ ਕਿਹਾ ਕਿ ਇੱਕ ਮੇਅਰ 66 ਤੋਂ 12 ਤੇ ਲੈ ਕੇ ਆਈ ਹੈ। ਮੈਂ ਹਮੇਸ਼ਾ ਇਹੀ ਕਿਹਾ ਕਿ ਅਸੀਂ ਸਾਰੇ ਮਿਲ ਕੇ, ਕਿਉਂਕਿ ਸਾਰਿਆਂ ਦੇ ਸਾਥ ਨਾਲ ਹੋਇਆ, ਮੈਂ ਮੰਨਦੀ ਹਾਂ ਮੈਂ ਇਕੱਲੀ ਨੇ ਨਹੀਂ ਕੀਤਾ, ਤੁਸੀਂ ਸਾਰਿਆਂ ਨੇ ਮਿਲ ਕੇ ਕੀਤਾ। ਜਦ ਮੈਂ ਪਾਰਟੀ ਬਾਜੀ ਕਿ ਤੁਸੀਂ ਇੱਕ ਵਾਰ ਤਾਂ, ਮੈਂ ਨਹੀਂ ਕਹਿੰਦੀ ਕਿ ਤੁਸੀਂ ਮੈਨੂੰ ਅੱਛਾ, ਕਮ ਸੇ ਕਮ ਇੱਕ ਵਾਰ ਬੰਦਾ ਐਪਰੀਸ਼ੀਏਟ ਕਰ ਸਕਦਾ ਕਿ ਮੈਡਮ ਬਹੁਤ ਵਧੀਆ ਹੋਇਆ। ਪਰ ਅਸੀਂ ਅੱਗੇ ਇਨ ਗੱਲਾਂ 'ਤੇ ਤੁਹਾਡੇ ਤੋਂ ਸਾਡਾ ਮਤਾ ਨਹੀਂ ਮਿਲਦਾ ਜਾਂ ਸਾਡੀ ਡਿਸਕਸ਼ਨ ਕਰਨਾ ਚਾਹੁੰਦੇ ਹਾਂ। ਕਿਸੇ ਵੀ ਚੀਜ਼ ਦਾ ਹੱਲ ਹੈ ਨਾ, ਅਸੀਂ ਆਪਸ 'ਚ ਡਿਸਕਸ਼ਨ ਕਰਨਾ ਚਾਹੀਦਾ। ਪਰ ਉਹਨਾਂ ਨੂੰ ਸਿਰਫ ਇਹੀ ਸੀਗਾ ਕਿ ਅਸੀਂ ਹਾਊਸ ਨਹੀਂ ਚੱਲਣ ਦੇਣਾ। ਤੇ ਇੱਕ ਦਿਨ ਪਹਿਲਾਂ ਜਦ FNCC ਦੀ ਮੀਟਿੰਗ ਸੀਗੀ, ਉਹਦੇ 'ਚ ਵੀ ਸਗੋਂ ਮੈਨੂੰ ਕਮਿਸ਼ਨਰ ਮੈਡਮ ਹੱਸ ਰਹੇ ਸੀਗੇ, ਮੈਮ ਇਹਨਾਂ ਨੇ ਕੱਲ੍ਹ ਨੂੰ ਤੁਹਾਡੀ ਮਤਲਬ ਨੋਰਮਲੀ ਹੱਸ ਰਹੇ ਸੀਗੇ, ਤੁਹਾਡਾ ਹਾਊਸ ਨਹੀਂ ਚੱਲਣ ਦੇਣਾ। ਉਹ ਕਹਿ ਰਹੇ ਸੀਗੇ, ਕਹਿੰਦੇ ਮਤਲਬ ਏਜੰਡੇ ਪਹਿਲਾਂ ਤਾਂ 6-7 ਸੀਗੇ, ਟੇਬਲ ਏਜੰਡੇ ਆਏ 25 ਦੀ 24-25 ਏਜੰਡੇ ਸੀਗੇ। ਮੈਮ ਕਹਿੰਦੇ ਕਿ ਅਸੀਂ ਏਜੰਡੇ ਮੈਂ ਨਹੀਂ ਲੈ ਕੇ ਆਣੇ ਹੈਗੇ। ਤੇ ਮੈਂ ਮੈਮ ਨੂੰ ਕਿਹਾ, ਮੈਮ ਮੇਰਾ ਲਾਸਟ FNCC ਦੀ ਮੀਟਿੰਗ ਹੈ, ਮੈਂ ਮੈਂ ਨਹੀਂ ਚਾਹੁੰਦੀ ਕਿ ਏਜੰਡੇ ਰੁਕਣ। ਠੀਕ ਹੈ, ਆਪਸ 'ਚ ਜੋ ਗੱਲ ਹੈ, ਪਰ ਏਜੰਡੇ ਡਿਵੈਲਪਮੈਂਟ ਦੇ ਸਭ ਦੇ ਵਾਰਡ ਦੇ ਉਹ ਜ਼ਰੂਰੀ ਹੈ। ਤੇ ਮੈਂ ਨਹੀਂ ਮੈਂ ਸਾਈਨ ਕੀਤੇ, ਅਸੀਂ ਉਹ ਟੇਬਲ ਏਜੰਡੇ ਅਸੀਂ ਲੈ ਕੇ ਆਏ। ਜਦਕਿ ਜਦ ਵੀ ਮੈਨੂੰ ਪਤਾ ਸੀਗਾ ਕਿ ਕੱਲ੍ਹ ਨੂੰ ਇਹਨਾਂ ਨੇ ਹਾਊਸ 'ਚ ਮੈਨੂੰ ਫੇਲੀਅਰ ਕਹਿਣਾ, ਪਰ ਮੈਂ ਫਿਰ ਵੀ ਕੀਤੇ ਕਿਉਂਕਿ ਮੈਂ ਕਦੇ ਨਹੀਂ ਆਪਣੀ ਟਰਮ 'ਚ ਮੈਂ ਇੰਨੀ ਸੈਟਿਸਫੈਕਸ਼ਨ ਹੈ ਕਿ ਮੈਂ ਇਸ ਸੀਟ 'ਤੇ ਬਹਿ ਕੇ ਇੱਕ ਪਾਰਟੀ ਨੂੰ ਰੀਪ੍ਰਜੈਂਟ ਨਹੀਂ ਕੀਤਾ ਹੈਗਾ। ਮੈਂ ਮੇਅਰ ਨੂੰ ਕਦੇ ਆਪਣੇ 'ਤੇ ਹਾਵੀ ਨਹੀਂ ਹੋਣ ਦਿੱਤਾ ਹੈਗਾ। ਮੈਂ ਮੇਅਰ ਬਣ ਕੇ ਪੂਰੀ ਪਾਰਟੀ ਦਾ, ਮੈਂ ਸਾਰਿਆਂ ਦੇ, ਮੈਂ ਕਦੇ ਮੈਨੂੰ ਫਿਰ ਕਈ ਕਹਿੰਦੇ हैं कि ਤੁਸੀਂ कमेटियाँ बनाने च फेलियर रहे हो। हाँ मैम, मैं इस पे ही क्वेश्चन पूछने वाला था। कमेटियों को लेकर लगातार सवाल होते हैं कि हर बार मेयर 10 से 12 कमेटियाँ बनती थी जो अलग अलग काम करते थे, इस बार वो कमेटियाँ ही नहीं बन पाई। ਸਿਰਫ ਉਹ ਨੋਮੀਨੇਟਿਡ ਕਰਕੇ ਨਹੀਂ ਬਣ ਪਾਈ ਹੈਗੀ ਕਿ ਨੋਮੀਨੇਟਿਡ ਉਹਨਾਂ 'ਚ ਐਡ ਹੋਣ ਹੋਣੇ, ਉਸ ਕਰਕੇ ਉਹ ਕਮੇਟੀਆਂ ਨਹੀਂ ਬਣ ਪਾਈ। ਪਰ ਮੈਂ ਇਹ ਵੀ ਤਾਂ ਪੁੱਛਣਾ ਚਾਹੁੰਦੀ, ਤੁਹਾਡੇ ਕਿਹੜੇ ਕੰਮ ਰੁਕੇ ਹੈ? FNCC 'ਚ ਅੱਜ ਤੱਕ ਹੋਇਆ 60 ਤੱਕ ਵੀ ਏਜੰਡੇ, ਟੇਬਲ ਏਜੰਡੇ ਆਉਂਦੇ ਰਹੇ ਹੈ। ਉਹਦੇ 'ਚ ਕਮਿਸ਼ਨਰ ਮੈਡਮ ਤਾਂ ਮੈਂ ਸਾਨੂੰ ਟੇਬਲ 'ਤੇ ਹੀ ਆਇਆਂ ਨੂੰ ਪਤਾ ਲੱਗਦਾ ਸੀਗਾ ਕਿ ਇੰਨੇ ਏਜੰਡੇ ਆਏ, ਅਸੀਂ ਬਿਨਾਂ ਦੇਖੇ ਸਾਈਨ ਕਰਕੇ ਉਹਨਾਂ ਨੂੰ ਏਜੰਡਿਆਂ ਨੂੰ ਪਾਸ ਕਰਨਾ। ਕਿ ਡਿਵੈਲਪਮੈਂਟ ਤਾਂ ਨਹੀਂ ਕਿਤੇ ਰੁਕੀ। ਤੁਸੀਂ ਦੇਖ ਸਕਦੇ ਹੋ ਹਰ ਇੱਕ ਵਾਰਡ 'ਚ, ਚਾਹੇ ਕੋਈ ਵੀ ਹੈ, ਚਾਹੇ ਆਮ ਆਦਮੀ ਜਾਂ ਕਾਂਗਰਸ ਦਾ, ਡੇਲੀ ਇਨੋਗ੍ਰੇਸ਼ਨ ਕਰ ਰਹੇ ਆਪਣੇ ਆਪਣੇ ਵਾਰਡ 'ਚ। ਉਹ ਰੁਕੇ ਹੈ ਕਿਤੇ ਕੰਮ? या तो दसो कि मेयर ने और रोके हैं। असी कोई भी पहली बार होया कि 65 तक भी FNCC च एजेंडे आए। तो लास्ट वाले दिन भी 23-24 सीगे, जिहदे 11 आम आदमी पार्टी दे सीगे, 9 कांग्रेस दे सीगे, 6-7 BJP दे सीगे। मैं रोक सकती सी ना, एक मेयर को ये अधिकार तो है कि केड़ा पहला लेके आना एजेंडा केड़ा नहीं। पर मैं कदे अस पूरे साल मैं कोई एजेंडा नहीं रोकया, कदे ये नहीं देखा कि उहदे वार्ड च क्यों जा रहा है, मेरे वार्ड च नहीं है, उहदे च नहीं है। ਡਿਵੈਲਪਮੈਂਟ ਚਾਹੀਦੀ ਹੈ, ਚੰਡੀਗੜ੍ਹ ਦੀ ਚਾਹੀਦੀ ਹੈ। ਤੇ ਮੈਨੂੰ ਉਹਨਾਂ ਦੇ ਵੀ ਆਪਣੇ ਘਰ ਦੀ ਨਹੀਂ ਹੈ, ਪਰ ਮੈਨੂੰ ਥੋੜ੍ਹਾ ਜਿਹਾ ਇਸ ਚੀਜ਼ ਦਾ ਦੁੱਖ ਲੱਗਿਆ। ਇੱਕ ਵਾਰ ਤਾਂ ਕਹਿ ਸਕਦੇ ਸੀਗੇ ਕਿ ਨਹੀਂ ਮੈਮ ਤੁਸੀਂ ਪਾਰਟੀ ਤੋਂ ਹਟ ਕੇ ਸਾਡਾ ਸਾਥ ਦਿੱਤਾ ਹੈ। ਮੈਮ ਇੱਕ ਤੁਹਾਡੇ ਤੇ ਐਲੀਗੇਸ਼ਨ ਹमेशा लगता है भी ਤੁਸੀਂ टैक्स वाले मेयर हो। अब टैक्स बहुत लगे हैं चंडीगढ़ में, हम बात करें हर जगह टैक्स है, चाहे पार्किंग की हम बात करें। खास करके ओपोजिशन इसको बोलता रहा है कि आपको टैक्स वाली मेयर कह के संबोधित किया जाएगा जब आप अरे ऐसा नहीं है कि टैक्स वाली मेयर करके, देखो लोगों को फैसिलिटी देनी है। तो कुछ चंडीगढ़ मेरे ख्याल ਇਹੋ ਜਿਹਾ शहर है जिहदे सब तो कम रेट ने, तो असी लोगों को फैसिलिटी दईए। लोग भी चाहते हैं कि फैसिलिटी मिले, पर मैं पैसे मैं टैक्स ये तुसी सोचदे एक मेयर ने आके इसी साल च टैक्स वो किते हैं, मैं नहीं ये समझदी हैगी। जो ਅਸੀਂ ਕਾਰਪੋਰੇਸ਼ਨ ਨੂੰ ਵੀ ਨਹੀਂ ਡੁਬੋ ਸਕਦੇ ਹੈਗੇ। ਕੁਛ ਤੁਹਾਨੂੰ ਫਾਈਨੈਂਸ਼ੀਅਲ ਜੋ ਇਨਕਮ ਚਾਹੀਦੀ ਹੈ ਉਹ ਵੀ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। पर मैं नहीं मानती हैगी कि ये चीज़। मैं फाइनेंशियल कंडीशन की हम बात करें नगर निगम की, हर बार ये सवाल उठता है कि फाइनेंशियल क्रंच बहुत है। नगर निगम के जो कर्मचारी उनके वेतन देने तक के लिए भी पैसे नहीं हैं। तो सेंटर से कैसा रहा? इस बार फंड आए हैं कुछ एक्स्ट्रा, आप ला पाने में समर्थ रहे हैं? फंड की तो ऐसी कोई कमी नहीं है कॉरपोरेशन में। हमने अगर कहते हैं जो टैक्स से भी काफ़ी रेवेन्यू आया है और जो भी कॉरपोरेशन अपनी तरफ से कर दी रही है, चाहे लोगों। और सबसे बड़ी बात तो देखो हुंदी बार जो इतिहास च कदे भी नहीं होया हैगा, जिवें इंश्योरेंस सीगा सारे मुलाजम, जिवें मैं तुहानूं पहलां भी बाइट लित्ती दस्सिया है कि ये जो सफाई साडे कर्मचारी ने सारे ने साडे शहर की मेन रीढ़ की हड्डी है, भावें डोर टू डोर ने, भावें सफाई कर्मचारी सारे ने, असी इन्हों सिक्योर किया। ये फस्ट टाइम होया कि ਉਹਦੇ 'ਚ सिर्फ कच्चे पक्के आउटसोर्सिंग ਜਿਹੜੇ ਵੀ ਨੇ ਤੇ लॉयंस कंपनी ਦੇ ਵੀ ਜਿਹੜੇ ਮੁਲਾਜ਼ਮ ਨੇ ਅਸੀਂ ਉਹਨਾਂ ਨੂੰ ਵੀ ਐਡ ਔਨ ਕੀਤਾ ਹੈ ਕਿ ਉਹਨਾਂ ਨੂੰ 40 ਲੱਖ ਦੀ ਇੰਸ਼ੋਰੈਂਸ ਦਿੱਤੀ ਗਈ ਹੈ। ਉਹ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਭਾਵੇਂ ਜੇ ਬੇਟੀ ਹੈ ਤਾਂ 12 ਲੱਖ, ਬੇਟਾ ਹੈ ਤਾਂ 6 ਲੱਖ।
ਤੇ ਜੋ ਨੈਚੁਰਲ ਡੈਥ ਹੈ, ਦੇਖੋ ਸਭ ਤੋਂ ਵੱਡੀ ਗੱਲ ਹੈ ਪੱਕੇ ਮੁਲਾਜ਼ਮ ਦਾ ਤਾਂ ਹੁੰਦਾ ਹੈ, ਹੁਣ ਆਊਟਸੋਰਸਿਸ ਦਾ ਜੋ ਨੈਚੁਰਲ ਡੈਥ ਹੋਈ ਹੈ, ਰਾਤ ਨੂੰ ਸੋਏ ਸਵੇਰੇ ਨਹੀਂ ਉੱਠੇ, ਉਹਨਾਂ ਨੂੰ ਵੀ 2.5 ਲੱਖ ਤੱਕ ਦੀ ਅਸੀਂ सहूलियत ਦਿੱਤੀ ਹੈ। मैम जाते हुए आप क्या कहना चाहेंगे, वैसे चंडीगढ़ में 24 घंटे जो पानी का प्रोजेक्ट आने वाला है ये कब तक इम्प्लीमेंट हो जाएगा? इसको लेकर आपने एग्रीमेंट तो साइन हो गए हैं कंपनी के साथ, कब तक ये इम्प्लीमेंट हो जाएगा और लोगों को कितनी सहूलत मिलेगी शहरवासियों को? हाँ, ये फाइनल साइनिंग तो होगी है, पर अभी इसको 4-5 साल लगेंगे पूरे प्रोसैस ਹੁਣ ਦੇਖੋ ਪਾਣੀ ਜੋ ਵੇਸਟੇਜ ਹੈ ਉਹ ਕਮ ਹੋਏਗੀ। ਜੋ ਪਾਣੀ ਮਤਲਬ ਅਸੀਂ ਪਾਣੀ ਭਰ ਕੇ ਰੱਖਦੇ ਸੀਗੇ ਟੈਂਕਾਂ 'ਚ, ਟੈਂਕੀ ਫੁੱਲ ਕਰਕੇ ਪਾਣੀ ਆਏਗਾ ਕਿ ਨਹੀਂ ਆਏਗਾ, ਉਹ ਚੀਜ਼ ਖਤਮ ਹੋ ਜਾਏਗੀ ਜਦੋਂ ਅਸੀਂ ਟੈਪ, ਦੇਖੋ ਹੁਣ ਜਿੰਨਾ ਯੂਜ਼ ਕਰਾਂਗੇ, ਜਿੰਨਾ ਟੈਪ ਖੋਲਾਂਗੇ ਉਨਾ ਹੀ ਪਾਣੀ ਆਏਗਾ, ਬੇਫਾਲਤੂ ਪਾਣੀ ਦੀ ਯੂਜ਼ਸ ਘੱਟ ਹੋ ਜਾਏਗੀ। ਤੇ ਬਸ मैम स्वच्छ भारत अभियान की बात करें हम, जब आपने कुर्सी संभाली थी तो आपने कहा था कि चंडीगढ़ को स्वच्छ बनाना मेरी प्राथमिकता रहेगी। चंडीगढ़ अब की बार 12वें स्थान पर भी आया, लेकिन आगे इसको देखकर आप क्या कहते हैं कि आपने अपने कार्यकाल में इसको लेकर कोई कार्य किए? किस तरह से लोगों को एम्बेसडर भी बनाया, किस तरह से आपने स्वच्छ चंडीगढ़ बनाने में किस तरह से काम? हमने स्कूल्स को भी ऐड ऑन किया, एनजीओ को ऐड ऑन किया, और आरडब्ल्यूज़ भी, और सब अलग अलग तरह के स्टूडेंट सबको ऐड ऑन किया। एम्बेसडर भी हमारे वो बने हैं, कन्हैया मित्तल जी हैं। अपनी तरफ से मैम ने स्कूलों में भी जाके कि बच्चे जो हमारे कल के सिटीज़न हैं इनों में अवेयरनेस हो, और हमने हमारे पार्क, हमारी पहचान, मतलब कई ऐसे हमने मतलब किए, और सिंगल यूज़ प्लास्टिक्स पे भी किया है, नुक्कड़ नाटक भी किए हैं, अवेयरनेस के जितने भी है, ताकि ये चंडीगढ़ शहर बहुत सुंदर है, पर ये ना वधिया ਤਾਂ ਬਣੇਗਾ ਜੇ ਆਮ ਆਦਮੀ ਚ ਕੋਈ ਵੀ ਹੈ ਔਰ ਆਫੀਸਰ ਸਾਰੇ ਮਿਲ ਕੇ ਅਸੀਂ ਇਹ ਕਰਾਂਗੇ। ਤੇ ਆਪਣੀ ਤਰਫ ਤੋਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਪੂਰੇ ਸਾਲ ਅਵੇਅਰਨੈਸ ਦੀ, ਤੇ ਮੈਨੂੰ ਪੂਰੀ ਉਮੀਦ ਹੈ ਕਿ ਅਗਲੇ ਸਾਲ ਵੀ ਅਸੀਂ ਸਾਰੇ ਸਹਿਯੋਗ ਨਾਲ, ਸਭ ਦੇ ਨਾਲ ਅਸੀਂ ਆਪਣੇ, ਕਿਉਂਕਿ ਹਰੇਕ ਬੰਦਾ ਦੇਖੋ ਹੁਣ ਜਦ ਨਾ ਇੱਕ ਪ੍ਰਾਊਡ ਫੀਲ ਆ ਜਾਂਦਾ ਕਿ ਅਸੀਂ 66 ਤੋਂ 12ਵੇਂ ਨੰਬਰ ਤੇ ਆ ਗਏ, ਕਿ ਹੁਣ ਅਸੀਂ ਅੱਗੇ ਜਾਣ ਵਾਸਤੇ ਦੇਖੋ ਸਾਰੇ ਸਾਥ ਦੇ ਰਹੇ ਨੇ, ਭਾਵੇਂ ਐਨਜੀਓ ਹੈ, ਭਾਵੇਂ ਆਰਡਬਲਿਊ ਹੈ, ਭਾਵੇਂ ਨਾਰਮਲ ਪਬਲਿਕ ਹੈ, ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵਾਲੇ ਨੇ, ਸਾਰੇ ਨੇ, ਉਹਨਾਂ ਨੂੰ ਮਤਲਬ ਇੱਕ ਪ੍ਰਾਊਡ ਮੂਵਮੈਂਟ ਆ ਜਾਂਦੀ ਕਿ ਅਸੀਂ 12ਵੇਂ ਨੰਬਰ ਤੇ ਆ ਗਏ ਹਾਂ, ਹੁਣ ਅਸੀਂ ਆਪਣਾ ਲੈਵਲ ਹੋਰ ਉੱਚਾ ਕਰਨਾ ਹੈ। ਤੇ ਮੈਂ ਪੂਰੀ ਸ਼ੋਰ ਹਾਂ ਕਿ ਅਗਲੇ ਸਾਲ ਅਸੀਂ ਨੰਬਰ 1 ਤੇ ਜਾਵਾਂਗੇ। मैम जाते जाते कोई प्रोजेक्ट आप ऐसा चाहते थे जो अपनी टर्म में पूरा हो, नहीं हो पाया, उसका कोई मलाल है आपको? ਨਹੀਂ, ਮੁਝੇ ਕਿਸੇ ਗੱਲ ਦਾ ਕੋਈ ਮਲਾਲ ਨਹੀਂ ਹੈਗਾ। ਜਿਵੇਂ ਮੈਂ ਕਿਹਾ ਸੀਗਾ ਮੇਨ ਕੂੜੇ ਦਾ ਸੀਗਾ, ਉਹ ਮਤਲਬ ਜੋ ਕਾਫੀ ਦੇਰ ਦੀ ਮਤਲਬ ਸ਼ਾਇਦ ਸਾਡੇ ਕਈ, ਮੈਂ ਨਹੀਂ ਕਹੂੰਗੀ ਕਿਸੇ ਪਾਰਟੀਕੂਲਰ ਇੱਕ ਦੇ ਕਾਰਨ, ਸ਼ਾਇਦ ਸਾਡੇ ਕਈਆਂ ਦੀ ਉਹਦੇ ਕਾਰਨ ਜੋ ਡੰਪ ਬਣਿਆ ਸੀਗਾ, ਅਸੀਂ ਉਹਨੂੰ ख़त्म करने 'ਚ कामयाब हुए हैं। चंडीगढ़ नगर निगम की मेयर हैं सरबजीत कौर, इन्होंने अपने कार्यकाल के दौरान जो कार्य किए, जो ये प्रोजेक्ट कर सके, उन सब के बारे में, कुछ विवाद भी, कुछ फैमिली लाइफ भी इन्होंने हमारे साथ डिस्कस की, जो लोग दर्शक नहीं जानते थे। कैमरामैन रजत के साथ भगवत सिंह, पंजाब केसरी, जगबानी टीवी, चंडीगढ़।